आदाब नमस्कार ਤੇ ਸਤਿ ਸ਼੍ਰੀ ਅਕਾਲ। ਮੈਂ ਗੁਰਵੀਨ ਗੀਤਾ ਸਭ ਦਾ ਸਵਾਗਤ ਕਰਦੀ ਹਾਂ ਇੰਦੀ ਰੇਡੀਓ ਤੇ। ਜਿਵੇਂ ਕਿ ਅਸੀਂ ਕੱਲ ਦੇਖਿਆ ਕਿ ਬਹੁਤ ਸਾਰੇ ਵਿਰੋਧ ਦੇ ਬਾਵਜੂਦ ਵੀ ਇਹ ਖੇਤੀਬਾੜੀ ਬਿੱਲ ਪਾਸ ਹੋ ਚੁੱਕੇ ਨੇ ਤੇ ਸਰਕਾਰਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਇਹਦੇ ਨਾਲ ਕਿਸਾਨਾਂ ਦਾ ਭਲਾ ਹੋਏਗਾ। ਤਾਂ ਜਿਵੇਂ ਇੱਕ ਟੈਗਲਾਈਨ ਨਹੀਂ ਹੁੰਦੀ ਕਿ ਜੋ ਕਿਹਾ ਉਹ ਕਰਕੇ ਦਿਖਾਵਾਂਗੇ, ਤੇ ਜੇ ਸਰਕਾਰਾਂ ਕਹਿ ਰਹੀਆਂ ਨੇ ਕਿ ਇਹਦੇ ਨਾਲ ਕਿਸਾਨਾਂ ਦਾ ਭਲਾ ਹੋਏਗਾ ਤਾਂ ਮੈਂ ਉਮੀਦ ਕਰਦੀ ਹਾਂ ਕਿ ਇਹਦੇ ਨਾਲ ਕਿਸਾਨਾਂ ਦਾ ਭਲਾ ਹੋ ਜੇ, ਕਿਉਂਕਿ ਜਿੰਨੇ ਵੀ ਦੇਸ਼ਾਂ ਵਿੱਚ ਇਹ ਕਾਨੂੰਨ ਜਾਂ ਖੇਤੀਬਾੜੀ ਮਾਡਲ ਬਣਾਏ ਗਏ ਸਨ ਜਾਂ ਲਾਂਚ ਕੀਤੇ ਗਏ ਸਨ, ਕਿਤੇ ਵੀ ਇਹਨੂੰ ਬਹੁਤੀ ਦਰ ਤੱਕ ਸਫਲਤਾ ਨਹੀਂ ਮਿਲੀ। ਚਾਹੇ ਉਹ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਹੀ ਕਿਉਂ ਨਾ ਹੋਵੇ, ਤੇ ਭਾਰਤ ਤਾਂ ਫਿਰ ਇੱਕ ਵਿਕਾਸਸ਼ੀਲ ਦੇਸ਼ ਹੈ। ਤੇ ਜੇ ਗੱਲ ਕਰੀਏ ਇਹਦੀ ਸਫਲਤਾ ਦੀ, ਤੇ ਜੇ ਗੱਲ ਕਰੀਏ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ 'ਚ ਇਹਦੀ ਸਫਲਤਾ ਦੀ, ਤਾਂ 2011 ਤੋਂ 2018 ਦੇ ਵਿੱਚ ਉਸ ਦੇਸ਼ ਨੇ ਆਪਣੇ 1 ਲੱਖ ਖੇਤ ਗਵਾਏ ਨੇ। ਤੇ ਸਿਰਫ 2017 ਤੋਂ 2018 ਮਤਲਬ 1 ਸਾਲ ਦੇ ਅੰਦਰ ਅੰਦਰ ਉਹਨਾਂ ਨੇ ਆਪਣੇ 12,000 ਖੇਤ ਗਵਾਏ ਨੇ। ਤੇ ਜੇ ਗੱਲ ਕਰੀਏ ਉੱਥੋਂ ਦੇ ਕਿਸਾਨਾਂ ਦੀ ਆਮਦਨ ਦੀ, ਤਾਂ 2013 ਤੋਂ ਬਾਅਦ 50% ਤੋਂ ਵੱਧ ਕਿਸਾਨਾਂ ਨੇ ਆਪਣੀ ਸਾਰੀ ਜਮ੍ਹਾਂ ਪੂੰਜੀ ਗਵਾ ਲਈ ਹੈ। 416 ਬਿਲੀਅਨ ਡਾਲਰ ਦਾ ਖੇਤੀਬਾੜੀ ਕਰਜ਼ਾ ਉਸ ਦੇਸ਼ ਦੇ ਸਿਰ ਚੜਿਆ ਹੋਇਆ ਹੈ, ਜਿਹੜਾ ਕਿ ਅਜੇ ਦੇ ਸਮੇਂ 'ਚ ਉਹਨਾਂ ਦਾ ਸਭ ਤੋਂ ਵੱਧ ਕਰਜ਼ਾ ਹੈ। ਤੇ ਜੇ ਇਹਨੂੰ ਸਫਲਤਾ ਕਿਹਾ ਜਾਂਦਾ ਹੈ ਤਾਂ ਮੈਂ ਇਹੀ ਉਮੀਦ ਕਰਦੀ ਹਾਂ ਕਿ ਇਹੋ ਜਿਹੀ ਸਫਲਤਾ ਭਾਰਤ ਵਿੱਚ ਨਾ ਆਵੇ। ਮੈਂ ਇਹਨਾਂ ਵਿੱਚ ਕੋਈ ਵੀ ਗੱਲ ਹਵਾ 'ਚ ਨਹੀਂ ਕਰ ਰਹੀ, ਪਰ ਇਹ ਆਫੀਸ਼ੀਅਲ ਰਿਸਰਚ ਪੇਪਰਸ ਨੇ ਜਿਨ੍ਹਾਂ ਵਿੱਚ ਦੱਸਿਆ ਗਿਆ ਹੈ। ਤੁਸੀਂ ਚਾਹੇ ਖੁਦ ਸਰਚ ਕਰਕੇ ਦੇਖਿਓ, ਟੈਗ ਲਾਈਨਸ ਸਾਨੂੰ ਮਿਲਣਗੀਆਂ ਜਾਂ ਰਿਸਰਚ ਪੇਪਰਸ ਦਾ ਟਾਈਟਲ ਮਿਲੇਗਾ, ਗਵਰਨਮੈਂਟ ਫੇਲੀਅਰ ਇਨ ਫਾਰਮ ਬਿੱਲ। ਇਹ ਅਮਰੀਕਾ ਦੇ, ਜਿਵੇਂ ਅਮਰੀਕਾ ਵਿੱਚ ਆਲਰੇਡੀ ਲਾਂਚਡ ਹੈ, ਬਹੁਤ ਸਾਲਾਂ ਤੋਂ ਚੱਲ ਰਿਹਾ, ਉੱਥੋਂ ਦੇ ਰਿਸਰਚ ਪੇਪਰ 'ਚ ਦੱਸਿਆ ਗਿਆ ਹੈ ਕਿ ਕਿੱਦਾਂ ਇਹ ਮਾਡਲ ਇੱਕ ਫੇਲੀਅਰ ਹੈ। ਅਗਰ ਉਹਦਾ ਇੱਕ ਫਾਇਦਾ ਹੈ ਨਾ, ਤਾਂ ਉਹਦੇ ਪਿੱਛੇ ਉਹਦੇ 10 ਨੁਕਸਾਨ ਨੇ। ਤੇ ਮੈਂ ਜਿਵੇਂ ਇਹਦਾ ਰਿਸਰਚ ਪੇਪਰ ਦੇ ਟਾਈਟਲ ਦੱਸ ਰਹੀ ਸੀ, ਜਿਵੇਂ ਦੇਖਿਓ, ਗਵਰਨਮੈਂਟ ਫੇਲੀਅਰ ਇਨ ਫਾਰਮ ਬਿਲਸ ਜਾਂ ਇੰਪੈਕਟ ਆਫ ਪ੍ਰਾਈਵੇਟਾਈਜੇਸ਼ਨ ਔਨ ਅਮਰੀਕਨ ਫਾਰਮਸ। ਤੇ ਇਹੋ ਜਿਹੇ ਕਰਕੇ ਬਹੁਤ ਸਾਰੇ ਤੁਹਾਨੂੰ ਰਿਸਰਚ ਪੇਪਰਸ ਮਿਲਣਗੇ, ਬਹੁਤ ਸਾਰੇ ਤੁਹਾਨੂੰ ਆਰਟੀਕਲਸ ਮਿਲਣਗੇ। ਤੇ ਜਦੋਂ ਅਸੀਂ ਉਹ ਪੜ੍ਹ ਕੇ ਦੇਖਾਂਗੇ ਤਾਂ ਸਾਨੂੰ ਪਤਾ ਚੱਲੇਗਾ ਕਿ ਅਸਲੀਅਤ ਵਿੱਚ ਜਿੰਨੇ ਵੀ ਛੋਟੇ ਕਿਸਾਨ ਸੀ ਅਮਰੀਕਾ ਦੇ, ਉਹ ਸਾਰੇ ਹੌਲੀ ਹੌਲੀ ਗੁੰਮ ਹੋ ਚੁੱਕੇ ਨੇ। ਇੱਕ ਗੱਲ ਸੋਚਣ ਵਾਲੀ ਹੈ ਕਿ 1948 ਤੋਂ 2015 'ਚ ਅਮਰੀਕਾ ਨੇ ਆਪਣੇ 40 ਲੱਖ ਖੇਤ ਗਵਾਏ ਨੇ, ਪਰ ਉਹਨਾਂ ਦੀ ਜਿਹੜੀ ਖੇਤੀਬਾੜੀ ਉਪਜ ਹੈ ਉਹ ਦੁੱਗਣੀ ਹੋ ਗਈ ਹੈ। ਇਹ ਕਿੱਦਾਂ ਹੋ ਸਕਦਾ? ਹੁਣ ਜਿਵੇਂ ਫਸਲਾਂ ਹਵਾ 'ਚ ਤਾਂ ਹੋ ਨਹੀਂ ਸਕਦੀ ਕਿ ਖੇਤ ਘੱਟ ਰਹੇ ਨੇ ਤੇ ਉਪਜ ਵੱਧ ਰਹੀ ਹੈ, ਤੇ ਇਹਦਾ ਕਿਤੇ ਨਾ ਕਿਤੇ ਕਾਰਨ ਹੈ ਟੈਕਨੋਲੋਜੀ ਤੇ ਵੱਡੇ ਵੱਡੇ ਸ਼ਾਹੂਕਾਰ। ਉੱਥੋਂ ਦੀ ਜਿਹੜੀ 80% ਜਿਹੜੀ ਐਗਰੀਕਲਚਰ ਆਊਟਪੁੱਟ ਹੈ ਜਾਂ ਉਪਜ ਹੈ, ਉਹ ਸਿਰਫ ਉੱਥੋਂ ਦੇ 7.5% ਫਾਰਮਸ ਤੋਂ ਹੀ ਆ ਰਹੀ ਹੈ। ਮਤਲਬ ਜਿਹੜੇ 7% ਖੇਤ ਨੇ, ਉਹ ਉੱਥੋਂ ਦੀ 80% ਉਪਜ ਦੇ ਰਹੇ ਨੇ, ਤੇ ਜਿਹੜੇ ਬਾਕੀ ਸਾਰੀ ਉੱਥੋਂ ਦੀ ਆਬਾਦੀ ਉਹ ਕੀ ਕਰੇਗੀ? ਅਮਰੀਕਨ ਫਾਰਮ ਬਿਊਰੋ ਦੇ ਇੱਕ ਚੀਫ ਇਕੋਨੋਮਿਸਟ ਸੀ ਜਿਨ੍ਹਾਂ ਦਾ ਨਾਮ ਜੌਨ ਨਿਊਟਨ ਸੀ। ਉਹਨਾਂ ਦਾ ਇੱਕ ਬਿਆਨ ਸੀ, ਕਹਿੰਦੇ ਕਿ ਜਿਹੜੀ ਗਲੋਬਲ ਫੂਡ ਪ੍ਰੋਡਕਸ਼ਨ ਹੈ, ਮਤਲਬ ਜਿਹੜੀ ਦੁਨੀਆ 'ਚ ਆਹ ਖੇਤੀਬਾੜੀ ਉਪਜ ਹੋ ਰਹੀ ਹੈ, ਉਹ ਪਿਛਲੇ 10 ਸਾਲਾਂ 'ਚ 30% ਵਧੀ ਹੈ। ਕੀ ਇਹ ਗੱਲ ਚੰਗੀ ਹੈ ਕਿ ਚਲੋ ਦੁਨੀਆ ਦਾ ਪੇਟ ਭਰਨ ਵਾਸਤੇ ਤੁਸੀਂ ਆਪਣੀ ਉਪਜ ਵਧਾਈ ਹੈ, ਪਰ ਜਿਹੜੇ ਲੋਕ ਉਹ ਫਸਲ ਉਗਾ ਰਹੇ ਨੇ ਉਹਨਾਂ ਦਾ ਪੇਟ ਭਰਨ ਬਾਰੇ ਕੌਣ ਸੋਚੇਗਾ? ਅਸੀਂ ਪਿਛਲੀ ਵੀਡੀਓ ਵਿੱਚ ਬੜੇ ਵਿਸਥਾਰ ਨਾਲ ਗੱਲ ਕੀਤੀ ਸੀ ਕਿ ਪ੍ਰਾਈਵੇਟਾਈਜੇਸ਼ਨ ਜਾਂ ਗਲੋਬਲਾਈਜੇਸ਼ਨ ਨਾਲ ਆਪਣੇ ਇੱਥੋਂ ਦੀ ਖੇਤੀਬਾੜੀ 'ਤੇ ਕੀ ਅਸਰ ਹੋਏਗਾ, ਖਾਸ ਕਰ ਛੋਟੇ ਕਿਸਾਨਾਂ 'ਤੇ। ਵੱਡੇ ਕਿਸਾਨਾਂ ਦਾ ਕਿਤੇ ਨਾ ਕਿਤੇ ਫਾਇਦਾ ਹੋਏਗਾ, ਪਰ ਜਿਹੜੇ ਛੋਟੇ ਕਿਸਾਨ ਆ ਉਹਨਾਂ ਨੂੰ ਆਪਣੇ ਇੱਕ ਟਾਈਮ ਦੀ ਰੋਟੀ ਜੋੜਨਾ ਵੀ ਔਖਾ ਹੋ ਜਾਏਗਾ। ਆਪਾਂ ਪਿਛਲੇ 'ਚ ਵੀਡੀਓ 'ਚ ਗੱਲ ਕੀਤੀ ਸੀਗੀ ਕਿ ਅੱਛਾ ਇੱਦਾਂ ਹੋ ਸਕਦਾ ਹੈ ਜੇ ਪ੍ਰਾਈਵੇਟ ਕੰਪਨੀਜ਼ ਆ ਗਏ ਜਾਂ ਕੁਝ ਹੋਰ ਹੋ ਗਿਆ। ਅੱਜ ਅਸੀਂ ਗੱਲ ਕਰਾਂਗੇ ਜਿੱਥੇ ਸਭ ਕੁਝ ਆਲਰੇਡੀ ਹੈ, ਮਤਲਬ ਜਿਹੜੇ ਦੇਸ਼ਾਂ 'ਚ ਸਿਸਟਮ ਆਲਰੇਡੀ ਚੱਲ ਰਿਹਾ ਹੈ, ਉੱਥੋਂ ਦੇ ਕਿਸਾਨਾਂ ਦਾ ਕੀ ਹਾਲ ਹੈ। ਕਿਉਂਕਿ ਕਿਸੇ ਦੀ ਹੱਡ ਬੀਤੀ ਸੁਣ ਕੇ ਸਾਨੂੰ ਜ਼ਿਆਦਾ ਸਮਝ ਆਉਂਦੀ ਹੈ ਵੀ ਕੀ ਹੋ ਰਿਹਾ ਤੇ ਕੀ ਨਹੀਂ ਹੋ ਰਿਹਾ। ਹੁਣ ਜਿਵੇਂ ਅਸੀਂ ਦੇਖ ਹੀ ਲਈ, ਅਮਰੀਕਾ ਦੀ ਅਸੀਂ ਗੱਲ ਕਰ ਰਹੇ ਸੀਗੇ, 1990 ਤੱਕ ਉਹਨਾਂ ਦੀ ਜਿਹੜੀ ਅੱਧੀ ਐਗਰੀਕਲਚਰ ਪ੍ਰੋਡਕਸ਼ਨ ਸੀ, ਮਤਲਬ ਜਿਹੜੀ ਖੇਤੀਬਾੜੀ ਉਪਜ ਸੀ, ਉਹ ਛੋਟੇ ਕਿਸਾਨਾਂ ਤੋਂ ਆਉਂਦੀ ਸੀ, ਤੇ ਹੁਣ ਉਹ 1/4 ਮਤਲਬ 1/4 ਤੋਂ ਵੀ ਘੱਟ ਰਹਿ ਗਈ ਹੈ। ਜਿਹੜੀ ਪਹਿਲਾਂ ਅੱਧ ਤੋਂ ਵੱਧ ਹੁੰਦੀ ਸੀ, ਉਹ 1/4 ਤੋਂ ਘੱਟ ਰਹਿ ਗਈ ਹੈ। ਇਹਦਾ ਕਾਰਨ ਹੈ ਟੈਕਨੋਲੋਜੀ, ਗਲੋਬਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ। ਜਿਹੜੇ ਉੱਥੋਂ ਦੇ ਛੋਟੇ ਕਿਸਾਨ ਨੇ ਅਮਰੀਕਾ ਦੇ, ਉਹਨਾਂ ਦੀ ਮੂੰਹ ਜ਼ਬਾਨੀ ਹੈ, ਕਹਿੰਦੇ ਹੁਣ ਦਾ ਸਿਸਟਮ ਇਹੋ ਜਿਹਾ ਬਣ ਗਿਆ ਹੈ ਕਿ ਹੌਲੀ ਹੌਲੀ ਅਮਰੀਕਾ ਦੇ ਨਕਸ਼ੇ ਵਿੱਚੋਂ ਸਾਡਾ ਜਿਹੜੀ ਇੱਕ ਹੋਂਦ ਹੈ ਉਹ ਵੀ ਕਿਤੇ ਨਾ ਕਿਤੇ ਗੁੰਮ ਜਾਣੀ ਹੈ, ਕਿਉਂਕਿ ਉਹਨਾਂ ਦੀ ਪੁਸ਼ਤੈਨੀ ਜ਼ਮੀਨਾਂ ਵਿਕ ਰਹੀਆਂ ਨੇ, ਉਹਨਾਂ ਦੀ ਫਸਲਾਂ ਖਰਾਬ ਹੋ ਰਹੀਆਂ ਨੇ। ਕਿਉਂਕਿ ਜੇ ਸੁਪਰ ਮਾਰਕੀਟਸ ਨੂੰ ਨਹੀਂ ਵੇਚ ਪਾਉਂਦੇ ਉਹ ਫਸਲਾਂ, ਤਾਂ ਉਹਨਾਂ ਦੀ ਫਸਲਾਂ ਕਿੱਥੇ ਜਾਣ? ਤੇ ਨਾ ਹੀ ਉਹ ਇੰਨੇ ਅਮੀਰ ਹੈ ਕਿ ਉਹਨਾਂ ਕੋਲ ਕੋਲਡ ਸਟੋਰੇਜ ਹੋਵੇ ਤੇ ਉਹ ਆਪਣੀਆਂ ਫਸਲਾਂ ਨੂੰ ਉੱਥੇ ਜਮ੍ਹਾਂ ਕਰਕੇ ਰੱਖ ਸਕਣ। ਉਹਨਾਂ ਕੋਲ ਕਿਸੇ ਪਾਸੇ ਦੀ ਕੋਈ ਆਪਸ਼ਨ ਨਹੀਂ ਬਚਦੀ ਵੀ ਹਾਂ ਉਹ ਆਪਣੀ ਜਿਹੜੀ ਫਸਲ ਹੈ ਉਹਨੂੰ ਕਿੱਦਾਂ ਬਚਾ ਸਕਣ ਜਾਂ ਆਪਣੀਆਂ ਜ਼ਮੀਨਾਂ ਨੂੰ ਕਿੱਦਾਂ ਬਚਾ ਸਕਣ। ਤੇ ਹੌਲੀ ਹੌਲੀ ਕੀ ਕਰ ਰਿਹਾ ਹੈ ਕਿ ਉਹ ਸਾਰੇ ਖੇਤੀਬਾੜੀ ਛੱਡ ਰਹੇ ਨੇ ਤੇ ਹੁਣ ਉਹ ਜਿਵੇਂ ਸ਼ਹਿਰੀ ਇਲਾਕਿਆਂ ਵੱਲ ਜਾ ਰਹੇ ਨੇ। ਤੇ ਕਹਿੰਦੇ ਨੇ ਕਿ 2040 ਤੱਕ ਜਿਹੜੇ
70% ਅਮਰੀਕਨਸ ਨੇ ਉਹ ਅਰਬਨ ਏਰੀਆ 'ਚ ਰਹਿ ਰਹੇ ਹੋਣਗੇ, ਮਤਲਬ ਉਹ ਸ਼ਹਿਰੀ ਇਲਾਕਿਆਂ 'ਚ ਰਹਿ ਰਹੇ ਹੋਣਗੇ, ਤੇ ਜਿਹੜੇ ਉੱਥੋਂ ਦਾ ਇੱਕ ਪੇਂਡੂ ਕਲਚਰ ਹੈ ਕਹਿੰਦੇ ਉਹ ਖਤਮ ਹੋ ਜਾਏਗਾ, ਕਿ ਲੋਕਾਂ ਵਾਸਤੇ ਉਹ ਇੱਕ ਨਾ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਪੁਰਾਣੀਆਂ ਕਹਾਣੀਆਂ, ਉਹਦਾ ਇੱਕ ਹਿੱਸਾ ਬਣ ਕੇ ਰਹਿ ਜਾਏਗਾ। ਹੁਣ ਜਿਵੇਂ ਅਮਰੀਕਾ ਵਿੱਚ ਕਹਿੰਦੇ 2008 ਤੋਂ 2017 'ਚ ਜਿਹੜੇ ਪੇਂਡੂ ਇਲਾਕੇ ਹੈ ਕਹਿੰਦੇ ਉਹਦੇ 'ਚ 81% ਪਾਪੂਲੇਸ਼ਨ ਘਟੀ ਹੈ, ਮਤਲਬ ਉਹਨਾਂ ਦੀ 81% ਆਬਾਦੀ ਸ਼ਹਿਰਾਂ 'ਚ ਜਾ ਚੁੱਕੀ ਹੈ। ਤੇ ਇਸ ਚੀਜ਼ ਦੇ ਇਹੋ ਜਿਹੇ ਅਸਰ ਹੋਏ ਕਿ ਜਿਹੜੇ ਹਜੇ ਤੱਕ ਆਪਾਂ ਸੋਚੇ ਵੀ ਨਹੀਂ ਸੀ, ਜਿਵੇਂ ਉੱਥੋਂ ਦੇ ਜਿਹੜੇ ਪੇਂਡੂ ਇਲਾਕਿਆਂ ਦੇ 4400 ਸਕੂਲ ਸੀ ਉਹ ਬੰਦ ਹੋ ਚੁੱਕੇ ਨੇ, ਹਸਪੀਟਲਸ ਬੰਦ ਹੋ ਚੁੱਕੇ ਨੇ, ਬਾਜ਼ਾਰ ਘੱਟ ਗਏ ਨੇ, ਮਤਲਬ ਜਿਹੜੇ ਪਿਛਲੇ 20 ਜਾਂ 25% ਲੋਕ ਉੱਥੇ ਰਹਿ ਰਹੀ ਸੀ ਹੁਣ ਉਹਨਾਂ ਦੀ ਵੀ ਜ਼ਿੰਦਗੀ ਔਖੀ ਹੋ ਗਈ ਹੈ, ਉਹਨਾਂ ਨੂੰ ਇੱਕ ਛੋਟੀ ਛੋਟੀ ਚੀਜ਼ ਵਾਸਤੇ ਬਹੁਤ ਬਹੁਤ ਜ਼ਿਆਦਾ ਡਿਸਟੈਂਸ ਮੂਵ ਕਰਨਾ ਪੈ ਰਿਹਾ ਹੈ। ਤੇ ਹੁਣ ਟੂ ਦਾ ਪੁਆਇੰਟ ਗੱਲ ਕਰਾਂਗੇ ਕਿ ਉੱਥੋਂ ਦੇ ਕਿਸਾਨਾਂ ਨੂੰ ਕਿਹੜੀਆਂ ਦਿੱਕਤਾਂ ਆਈਆਂ। ਸਮੁੰਦਰ ਪਰ ਮੁਸ਼ਕਿਲਾਂ ਚੋਂ ਮੈਂ ਕੁਝ ਬੁੱਕਲ ਪਰ ਮੁਸ਼ਕਿਲਾਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੀ ਹਾਂ, ਕਿ ਜਿਹੜੀਆਂ ਉਹਨਾਂ ਨੇ ਇੰਨੀਆਂ ਮੁਸ਼ਕਿਲਾਂ ਆਈਆਂ ਮੈਂ ਉਹਨਾਂ ਵਿੱਚੋਂ ਸਿਰਫ 4 ਮੁਸ਼ਕਿਲਾਂ ਤੁਹਾਨੂੰ ਦੱਸੂੰਗੀ, ਜਿਹੜੀਆਂ ਕਿ ਮੈਨੂੰ ਲੱਗਦਾ ਕਿ ਆਪਾਂ ਹਜੇ ਹੁਣ ਰਿਲੇਟ ਕਰ ਸਕਦੇ ਹਾਂ ਉਸ ਚੀਜ਼ ਨਾਲ। ਸਭ ਤੋਂ ਪਹਿਲੀ ਮੁਸ਼ਕਿਲ ਜਿਹੜੀ ਆਈ ਉਹਨਾਂ ਨੂੰ ਉਹ ਸੀਗਾ ਘਟਦਾ ਵੱਧਦੀ ਸਪਲਾਈ। ਜਿਵੇਂ ਆਪਾਂ ਉਸ ਦਿਨ ਪਿਛਲੀ ਵੀਡੀਓ 'ਚ ਗੱਲ ਕੀਤੀ ਸੀ ਕਿ ਸਪਲਾਈ ਕਦੇ ਘਟੇਗੀ ਕਦੇ ਵਧੇਗੀ। ਉਹਦੇ ਨਾਲ ਕੀ ਹੋ ਰਿਹਾ ਕਿ ਕਹਿੰਦੇ ਕਿ ਆਪਾਂ ਪਹਿਲਾਂ ਜਿਵੇਂ ਸਾਰੇ ਖੇਤੀਬਾੜੀ ਕਰ ਰਹੇ ਸੀਗੇ, ਤੇ ਹੌਲੀ ਹੌਲੀ ਹੁਣ ਜਿਵੇਂ ਆਪਾਂ ਕਹਿ ਰਹੇ ਕਿ ਪੇਂਡੂ ਇਲਾਕਾ ਘਟ ਰਿਹਾ ਹੈ, ਸ਼ਹਿਰੀ ਆਬਾਦੀ ਵੱਧ ਰਹੀ ਹੈ, ਤੇ ਉਹਦੇ ਨਾਲ ਕੀ ਹੈ ਖੇਤੀਬਾੜੀ ਉਪਜ ਘਟ ਜਾਏਗੀ, ਤੇ ਉਹਦੇ ਨਾਲ ਕੀ ਹੋਏਗਾ ਮਾਰਕੀਟ ਵਿੱਚ ਰੇਟ ਹਾਈ ਹੋ ਜਾਏਗਾ ਉਸ ਚੀਜ਼ ਦਾ, ਕਿਉਂਕਿ ਸਪਲਾਈ ਘੱਟ ਹੈ। ਕਹਿੰਦੇ ਇਹ ਦੇਖ ਕੇ ਕਿਸਾਨ ਨਾ ਉਹ ਖੇਤੀਬਾੜੀ ਕਰਨਾ ਸ਼ੁਰੂ ਕਰਨਗੇ, ਜਦੋਂ ਕਰਨੀ ਸ਼ੁਰੂ ਕਰਨਗੇ ਸਪਲਾਈ ਵੱਧ ਜਾਏਗੀ ਤੇ ਰੇਟ ਘਟ ਜਾਣਗੇ, ਮਤਲਬ ਉਸ ਸਾਲ ਉਹਨਾਂ ਨੂੰ ਲਾਸ ਹੋ ਗਿਆ। ਕਹਿੰਦੇ ਇਹ ਨਾ ਸਾਈਕਲ ਇਸੇ ਤਰ੍ਹਾਂ ਚੱਲਦਾ ਰਹਿੰਦਾ ਹੈ ਕਿ ਜਦੋਂ ਕਰਦੇ ਨੇ ਉਦੋਂ ਸਪਲਾਈ ਵੱਧ ਜਾਂਦੀ ਰੇਟ ਘਟ ਜਾਂਦੇ, ਜਦੋਂ ਨਹੀਂ ਕਰਦੇ ਉਦੋਂ ਰੇਟ ਵੱਧ ਜਾਂਦੇ ਨੇ ਤੇ ਉਹਨਾਂ ਨੂੰ ਲਾਸ ਹੋ ਜਾਂਦਾ, ਮਤਲਬ ਦੋਵੇਂ ਪਾਸੇ ਉਹਨਾਂ ਨੂੰ ਮਾਰ ਪੈ ਰਹੀ ਹੈ। ਉਸ ਤੋਂ ਬਾਅਦ ਜਿਹੜੀ ਦੂਜੀ ਮੁਸ਼ਕਿਲ ਉਹਨਾਂ ਨੂੰ ਪੇਸ਼ ਆ ਰਹੀ ਉਹ ਆ ਰਹੀ ਲੋ ਇਨਕਮ। ਉੱਥੋਂ ਦੇ ਕੀ ਹੈ ਕਿ ਹੁਣ ਜਿਵੇਂ ਆਪਣੇ ਤੇ ਇੱਥੇ ਮੈਨੂੰ ਸਬਸਿਡੀਜ਼ ਦਾ ਇੰਨਾ ਨਹੀਂ ਪਤਾ ਕਿ ਕੀ ਹਿਸਾਬ ਕਿਤਾਬ ਆਪਣੇ ਇੰਡੀਆ 'ਚ, ਪਰ ਉੱਥੋਂ ਦੇ ਕਿਸਾਨਾਂ ਨੂੰ ਸਬਸਿਡੀਜ਼ ਦਿੱਤੀਆਂ ਜਾਂਦੀਆਂ ਨੇ। ਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਉੱਥੋਂ ਦੇ ਜਿਹੜੇ 80% ਤੋਂ ਵੱਧ ਜਿਹੜੇ ਕਿਸਾਨ ਨੇ ਉਹ ਛੋਟੇ ਕਿਸਾਨ ਨੇ, ਤੇ ਗੌਰਮੈਂਟ ਦੀ 40% ਪੇਮੈਂਟ ਉਹਨਾਂ ਨੂੰ ਆਉਂਦੀ ਹੈ, ਤੇ ਸਿਰਫ 12% ਕਿਸਾਨ ਨੇ ਜਿਨ੍ਹਾਂ ਨੂੰ ਆਪਾਂ ਵੱਡੇ ਕਿਸਾਨ ਕਹਿ ਸਕਦੇ ਹਾਂ, ਤੇ 60% ਗੌਰਮੈਂਟ ਇਨਕਮ ਪੇਮੈਂਟ ਉਹਨਾਂ ਨੂੰ ਆ ਰਹੀ ਹੈ। ਮਤਲਬ ਜਿਹੜੇ 80% ਤੋਂ ਵੱਧ ਲੋਕ ਨੇ ਉਹਨਾਂ ਨੂੰ ਸਿਰਫ 40% ਮਿਲ ਰਿਹਾ ਗੌਰਮੈਂਟ ਦਾ ਹਿੱਸਾ, ਤੇ ਜਿਹੜੇ ਲੋਕ ਸਿਰਫ 20% ਨੇ ਉਹਨਾਂ ਨੂੰ 60% ਤੋਂ ਵੱਧ ਗੌਰਮੈਂਟ ਪੇਮੈਂਟ ਮਿਲ ਰਹੀ ਹੈ। ਮਤਲਬ ਕਿਤੇ ਨਾ ਕਿਤੇ ਜਿਹੜਾ ਸਰਕਾਰਾਂ ਨੇ ਉਹ ਵੱਡੇ ਕਿਸਾਨਾਂ ਨਾਲ ਹੈ ਰੈਦਰ ਦੈਨ ਛੋਟੇ ਕਿਸਾਨਾਂ ਨਾਲ, ਜਿਨ੍ਹਾਂ ਨਾਲ ਉਹਨਾਂ ਨੂੰ ਹੋਣਾ ਚਾਹੀਦਾ ਹੈ, ਕਿਉਂਕਿ ਛੋਟੇ ਕਿਸਾਨ ਹੈ ਜਿਨ੍ਹਾਂ ਨੂੰ ਹਰ ਚੀਜ਼ ਦੀ ਲੋੜ ਹੈ। ਵੱਡੇ ਕਿਸਾਨਾਂ ਦੀ ਤਾਂ ਆਮਦਨੀ ਉੱਦਾਂ ਹੋ ਰਹੀ ਹੈ, ਜਿਵੇਂ ਕਹਿੰਦੇ ਨੇ ਕਿ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਨੇ, ਬਸ ਉਹੀ ਗੱਲ ਹੈ ਕਿ ਜਿਹੜੇ ਆਲਰੇਡੀ ਕਮਾਈ ਕਰ ਰਹੇ ਨੇ ਉਹਨਾਂ ਦਾ ਪੇਟ ਹੋਰ ਤੁਸੀਂ ਭਰੀ ਜਾਓ। ਤੇ ਉਸ ਤੋਂ ਬਾਅਦ ਜਿਹੜੀ ਤੀਜੀ ਮੁਸ਼ਕਿਲ ਉਹਨਾਂ ਨੂੰ ਆ ਰਹੀ ਹੈ ਉਹ ਆ ਰਹੀ ਹੈ ਇਨਵਾਇਰਮੈਂਟਲ ਕਾਸਟ। ਹੁਣ ਜਿਵੇਂ ਛੋਟੇ ਕਿਸਾਨ ਨੇ ਉਹਨਾਂ ਕੋਲ ਇੰਨਾ ਪੈਸਾ ਨਹੀਂ ਹੈ ਕਿ ਉਹ ਔਰਗੈਨਿਕ ਫਾਰਮਿੰਗ ਕਰ ਸਕਣ। ਹੁਣ ਜਿਵੇਂ ਅਮਰੀਕਾ ਹੈ ਉੱਥੇ ਔਰਗੈਨਿਕ ਫਾਰਮਿੰਗ ਨੂੰ ਬਹੁਤ ਤਰਜੀਹ ਦਿੱਤੀ ਜਾਂਦੀ ਹੈ ਕਿ ਲੋਕਾਂ ਦਾ ਹੁਣ ਧਿਆਨ ਨਾ ਇਹ ਵਾਲੀਆਂ ਗੱਲਾਂ ਵੱਲ ਜ਼ਿਆਦਾ ਹੋ ਗਿਆ ਕਿ ਉਹਨਾਂ ਨੂੰ ਹੈ ਕਿ ਫਰਟੀਲਾਈਜ਼ਰ ਜਾਂ ਪੈਸਟੀਸਾਈਡਸ ਵਗੈਰਾ ਤੋਂ ਬਿਨਾਂ ਉਹਨਾਂ ਨੂੰ ਖਾਣਾ ਮਿਲੇ। ਤੇ ਹੁਣ ਛੋਟੇ ਕਿਸਾਨਾਂ ਕੋਲ ਇੰਨਾ ਪੈਸਾ ਹੈ ਨਹੀਂ ਕਿ ਉਹ ਹਾਈ ਕੁਆਲਿਟੀ ਸੀਡ ਯੂਜ਼ ਕਰ ਸਕਣ ਜਾਂ ਬਿਨਾਂ ਕਿਸੇ ਕੈਮੀਕਲਸ ਜਾਂ ਕਿੱਦਾਂ ਉੱਦਾਂ ਉਪਜ ਦੇ ਸਕਣ। ਤੇ ਉਹਦੇ ਨਾਲ ਕੀ ਹੈ ਕਿ ਵੱਡੇ ਕਿਸਾਨਾਂ ਕੋਲ ਸਾਰੇ ਆਪਸ਼ਨਸ ਨੇ। ਇਹਦੇ ਕਾਰਨ ਕੀ ਹੈ ਕਿ ਚਾਹੇ ਉਹ ਫਰਟੀਲਾਈਜ਼ਰ ਜਾਂ ਪੈਸਟੀਸਾਈਡ ਯੂਜ਼ ਵੀ ਕਰ ਰਹੇ ਹੋਣ, ਜੇ ਉਹਨਾਂ ਕੋਲ ਇੱਕ ਟੈਗ ਹੈ, ਇੱਕ ਮਤਲਬ ਜਿਵੇਂ ਕਹਿੰਦੇ ਕੰਪਨੀ ਦਾ ਟੈਗ ਹੁੰਦਾ, ਤਾਂ ਉਹਨਾਂ ਦੀ ਚੀਜ਼ ਵਿਕੇਗੀ। ਚਾਹੇ ਛੋਟੇ ਕਿਸਾਨ ਕਿੰਨੀ ਵੀ ਮਿਹਨਤ ਕਰ ਲੈਣ ਉਹਨਾਂ ਦੀ ਉਹ ਚੀਜ਼ ਨਹੀਂ ਵਿਕੇਗੀ। ਤਾਂ ਉਹ ਕਹਿੰਦੇ ਨੇ ਕਿ ਹੁਣ ਜਿਵੇਂ ਅਮਰੀਕਾ ਵਿੱਚ 58% ਵਧੀ ਹੈ ਔਰਗੈਨਿਕ ਫਾਰਮਿੰਗ, ਪਰ ਛੋਟੇ ਕਿਸਾਨ ਉਨੀ ਘਟੇ ਨੇ ਕਿਉਂਕਿ ਉਹ ਚੀਜ਼ ਅਫੋਰਡ ਹੀ ਨਹੀਂ ਕਰ ਪਾ ਰਹੇ। ਜਿਹੜੀ ਚੌਥੀ ਉਹਨਾਂ ਨੂੰ ਮੁਸ਼ਕਿਲ ਆ ਰਹੀ ਹੈ ਉਹ ਆ ਰਹੀ ਹੈ ਸੁਪਰ ਮਾਰਕੀਟਸ ਦੀ। ਉਹੀ ਚੀਜ਼ ਜਿਹੜੀ ਆਪਾਂ ਪਹਿਲਾਂ ਵੀ ਕੀਤੀ ਸੀਗੀ ਡਿਸਕਸ ਕਿ ਜੇ ਉਹ ਸੁਪਰ ਮਾਰਕੀਟਸ ਨੂੰ ਨਹੀਂ ਵੇਚ ਪਾਉਂਦੇ ਆਪਣੀ ਫਸਲ, ਤਾਂ ਉਹਨਾਂ ਦੀ ਫਸਲ ਖਰਾਬ ਹੋ ਰਹੀ ਹੈ, ਕਿਉਂਕਿ ਉਹਨਾਂ ਕੋਲ ਕੋਈ ਹੋਰ ਆਪਸ਼ਨ ਹੈ ਹੀ ਨਹੀਂ ਕਿ ਉਹ ਕਿੱਥੇ ਜਾ ਕੇ ਆਪਣੀ ਫਸਲ ਵੇਚਣ। ਹੁਣ ਜਿਵੇਂ ਆਪਾਂ ਇਹ ਗੱਲ ਕੀਤੀ ਸੀ ਅਮਰੀਕਾ ਦੀ ਕਿ ਉੱਥੋਂ ਦੇ ਛੋਟੇ ਕਿਸਾਨ ਹੁਣ ਕਿਤੇ ਨਾ ਕਿਤੇ ਗਾਇਬ ਹੋ ਰਹੇ ਨੇ, ਜਿਹੜਾ ਹੋਲਡ ਹੋ ਰਿਹਾ ਉਹ ਪ੍ਰਾਈਵੇਟ ਕੰਪਨੀਜ਼ ਤੇ ਵੱਡੇ ਕਿਸਾਨਾਂ ਦਾ ਹੋ ਰਿਹਾ ਉੱਥੇ। ਤੇ ਆਪਾਂ ਅਗਰ ਸੋਚੀਏ ਤਾਂ ਅਮਰੀਕਾ ਸਭ ਤੋਂ ਵਿਕਸਿਤ ਦੇਸ਼ ਹੈ ਅੱਜ ਦੇ ਸਮੇਂ ਦਾ। ਜੇ ਉੱਥੇ ਹੀ ਮਾਡਲ ਇਹੋ ਜਿਹਾ ਕੁਛ ਆਪਣੀ ਤਸਵੀਰ ਸਾਹਮਣੇ ਲੈ ਕੇ ਆ ਰਿਹਾ ਤੇ ਆਪਣੇ ਭਾਰਤ ਵਰਗੇ ਦੇਸ਼ ਵਿੱਚ ਜਿਹੜਾ ਕਿ ਹਜੇ ਵਿਕਾਸ ਕਰ ਰਿਹਾ ਉੱਥੇ ਕੀ ਬਣੇਗਾ? ਕਿਉਂਕਿ ਆਪਣੇ ਭਾਰਤ ਵਿੱਚ 80% ਜਿਹੜੇ ਕਿਸਾਨ ਨੇ ਉਹਨਾਂ ਕੋਲ 1 ਹੈਕਟੇਅਰ ਤੋਂ ਘੱਟ ਜ਼ਮੀਨ ਹੈ। ਮਤਲਬ 80% ਜਿਹੜੇ ਆਪਣੇ ਕਿਸਾਨ ਨੇ ਉਹ ਛੋਟੇ ਕਿਸਾਨ ਨੇ, ਜਿਹੜਾ ਕਿ ਗੰਨਾ ਕਪਾਹ ਜਾਂ ਇਹੋ ਜਿਹੀ ਫਸਲਾਂ ਨਹੀਂ ਬੀਜ ਪਾਉਂਦੇ ਕਿਉਂਕਿ ਉਹਨਾਂ ਕੋਲ ਜ਼ਮੀਨ ਘੱਟ ਹੈ, ਤੇ ਉਹ ਸਿਰਫ ਝੋਨਾ ਜਾਂ ਕਣਕ ਵਗੈਰਾ ਬੀਜ ਪਾਉਂਦੇ ਨੇ। ਤਾਂ ਉਹਨਾਂ ਦਾ ਕੀ ਬਣੇਗਾ? ਉਸ ਤੋਂ ਬਾਅਦ ਆਪਣੀ ਜਿਹੜੀ ਜਿਵੇਂ ਹੁਣ ਅਮਰੀਕਾ ਦੀ ਗੱਲ ਕਰੀਏ ਤਾਂ ਉੱਥੋਂ ਦਾ ਜਿਹੜੇ ਸੋਇਲ ਹੈ, ਜਿਹੜੀ ਉੱਥੋਂ ਦੀ ਮਿੱਟੀ ਹੈ ਜਾਂ ਜਿਹੜਾ ਉੱਥੋਂ ਦਾ ਵਾਤਾਵਰਨ ਹੈ ਉਹ ਬਹੁਤ ਅਨੁਕੂਲ ਹੈ ਖੇਤੀਬਾੜੀ ਦੇ।
ਪਰ ਆਪਣੇ ਇੱਥੇ ਕੀ ਹੈ, ਆਪਣੇ ਇੱਥੇ 50% ਜਿਹੜਾ ਜ਼ਮੀਨ ਹੈ ਉਹ ਬਾਰਿਸ਼ 'ਤੇ ਡਿਪੈਂਡ ਕਰਦੀ ਹੈ ਕਿ ਬਾਰਿਸ਼, ਹੁਣ ਜਿਵੇਂ ਝੋਨਾ ਹੈ ਬਹੁਤ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ, ਅਤੇ ਜੇ ਕਿਤੇ ਆਹ ਕਹਿ ਦਿੰਦੇ ਨਾ ਆਪਾਂ ਨੈਚੁਰਲ ਕੈਲੈਮਿਟੀ ਹੋ ਜੇ, ਜਾਂ ਜਿਵੇਂ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਬਾਰਿਸ਼ ਨਹੀਂ ਹੋਈ ਕਿਸੇ ਸਾਲ, ਜਾਂ ਕਿਸੇ ਸਾਲ ਸੁੱਕਾ ਪੈ ਗਿਆ, ਤਾਂ ਉਦੋਂ ਕੀ ਹੋਏਗਾ, ਉਹਨਾਂ ਕਿਸਾਨਾਂ ਕੋਲ ਕੋਈ ਇੰਸ਼ੋਰੈਂਸ ਨਹੀਂ ਹੈ ਕਿ ਉਹਨਾਂ ਦੀ ਜ਼ਮੀਨ ਦਾ ਕੀ ਬਣੂਗਾ। 50% ਤੋਂ ਵੱਧ ਜ਼ਮੀਨ ਸਿਰਫ ਬਾਰਿਸ਼ 'ਤੇ ਡਿਪੈਂਡ ਕਰ ਰਹੀ ਹੈ, ਅਤੇ ਉਹਨਾਂ ਜਿਹੜੀ ਉਸ ਟਾਈਮ ਦੀਆਂ ਫਸਲਾਂ ਨਹੀਂ, ਅਤੇ ਉਹਨਾਂ ਦਾ ਕੀ ਹਾਲ ਹੋਊਗਾ। ਉਸ ਤੋਂ ਬਾਅਦ ਉਹੀ ਹੈ ਕਿ ਗੁੱਡ ਕੁਆਲਿਟੀ ਸੀਡਸ ਨਹੀਂ ਮਿਲ ਪਾਉਂਦੇ ਇਹਨਾਂ ਨੂੰ, ਕਿਉਂਕਿ ਵੱਡੇ ਕਿਸਾਨ ਇਹ ਸਭ ਅਫੋਰਡ ਕਰ ਸਕਦੇ। ਹੁਣ ਮੈਂ ਇੰਡੀਆ ਦੀ ਗੱਲ ਕਰ ਰਹੀ ਹਾਂ ਕਿ ਇਹ ਚੀਜ਼ਾਂ ਇੰਡੀਆ 'ਚ ਹਜੇ ਆਪਾਂ ਪ੍ਰੋਬਲਮਸ ਨਹੀਂ ਦੇਖਿਆ, ਕਿਉਂਕਿ ਹਜੇ ਆਪਣਾ ਕਾਨੂੰਨ ਲਾਗੂ ਨਹੀਂ ਹੋਇਆ, ਪਰ ਆਪਣੇ ਕੋਲ ਸਭ ਤੋਂ ਪਹਿਲਾਂ ਉਹ ਕੁਝ ਚੀਜ਼ਾਂ ਹੈਗੀਆਂ ਜਿੱਥੇ ਆਪਾਂ ਦੇਖ ਸਕਦੇ ਹਾਂ ਕਿ ਹਾਂ ਆਪਣੇ ਇੰਡੀਆ ਵਿੱਚ ਆਹ ਦਿੱਕਤਾਂ ਆਲਰੇਡੀ ਹੈਗੀਆਂ, ਅਤੇ ਜੇ ਕਾਨੂੰਨ ਆ ਗਿਆ ਤਾਂ ਉਸ ਤੋਂ ਬਾਅਦ ਕੀ ਹੋਏਗਾ। ਗੁੱਡ ਕੁਆਲਿਟੀ ਸੀਡਸ ਨਹੀਂ ਹੈਗੇ, ਜਿਵੇਂ ਆਪਾਂ ਕਹਿੰਦੇ ਜੈਨੇਟਿਕਲੀ ਮੋਡੀਫਾਈਡ ਕ੍ਰੌਪਸ, ਜਿਵੇਂ ਕਾਟਨ ਵਗੈਰਾ ਦੇ BT ਕਾਟਨ ਵਗੈਰਾ ਆਪਾਂ ਯੂਜ਼ ਕਰ ਲੈਂਦੇ ਹਾਂ, ਅਤੇ ਕਹਿੰਦੇ ਉਹਦੇ ਨਾਲ ਕੀ ਹੈ ਕਿ ਗੁੱਡ ਕੁਆਲਿਟੀ ਸੀਡਸ ਨਹੀਂ ਹੋਣਗੇ, ਤਾਂ ਜਿਹੜੇ ਵੀ ਉਹ ਜਿਵੇਂ ਆਪਾਂ ਨੇ ਘਰੇ ਬਣਾਏ ਹੋਏ ਸੀਡਸ ਹੈ ਜਾਂ ਜਿਵੇਂ ਗਰੋ ਕੀਤੇ ਹੋਏ ਸੀਡਸ ਹੈ, ਉਹਦੇ 'ਤੇ ਪੈਸਟ ਜਾਂ ਵੀਡਸ ਵਗੈਰਾ ਬਹੁਤ ਜ਼ਿਆਦਾ ਆ ਜਾਂਦੇ ਨੇ, ਜਿਹਦੇ ਕਾਰਨ ਉਹਨਾਂ ਦੀ ਫਸਲਾਂ ਖਰਾਬ ਹੋ ਰਹੀਆਂ ਨੇ। ਉਸ ਤੋਂ ਬਾਅਦ ਗੱਲ ਆਉਂਦੀ ਹੈ ਕਰਜ਼ੇ ਦੀ। ਹੁਣ ਜਿਵੇਂ ਆਪਾਂ ਆੜ੍ਹਤੀਏ ਸੀਗੇ, ਅਤੇ ਕਿਸਾਨ ਆੜ੍ਹਤੀਏ ਤੋਂ ਪੈਸੇ ਫੜ ਲੈਂਦੇ ਹੁੰਦੇ ਸੀਗੇ, ਪਰ ਜੇ ਆੜ੍ਹਤੀਏ ਨਹੀਂ ਰਹਿਣਗੇ ਅਤੇ ਬੈਂਕਸ ਵਗੈਰਾ ਵਾਲੇ ਲੋਨ ਨਹੀਂ ਦਿੰਦੇ ਛੋਟੇ ਕਿਸਾਨਾਂ ਨੂੰ, ਵੱਡੇ ਕਿਸਾਨਾਂ ਨੂੰ ਉਹ ਵੀ ਦੇ ਦਿੰਦੇ, ਛੋਟੇ ਕਿਸਾਨਾਂ ਨੂੰ ਉਹ ਵੀ ਨਹੀਂ ਪੁੱਛਦੇ, ਅਤੇ ਉਹਨਾਂ ਨੂੰ ਕਿਤੇ ਨਾ ਕਿਤੇ ਕਰਜ਼ਾ ਲੈਣ 'ਚ ਵੀ ਬਹੁਤ ਦਿੱਕਤ ਆਊਗੀ। ਉਸ ਤੋਂ ਬਾਅਦ ਬਹੁਤ ਸਾਰੇ ਕਿਸਾਨਾਂ ਨੂੰ ਅਰਥ ਵਿਵਸਥਾ ਨਹੀਂ ਪਤਾ ਹੁੰਦੀ, ਇਕਨੋਮਿਕ ਪੋਲਿਸੀਜ਼ ਕੀ ਨੇ, ਜਾਂ ਬਿਜ਼ਨਸ ਕਿਵੇਂ ਕਰਨਾ ਹੈ, ਅਤੇ ਉਹਦੇ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਲੋਸ ਹੋ ਸਕਦਾ ਹੈ। ਬਿਕਾਜ਼ ਜਿਹੜੇ ਬਿਜ਼ਨਸ ਮਾਈਂਡਡ ਨੇ, ਪ੍ਰਾਈਵੇਟ ਕੰਪਨੀਜ਼ ਨੇ ਜਾਂ ਵੱਡੇ ਕਿਸਾਨ ਨੇ, ਉਹਨਾਂ 'ਚ ਕਿਤੇ ਨਾ ਕਿਤੇ ਉਹ ਟੈਕਸ ਹੁੰਦੇ ਨੇ ਕਿ ਉਹਨਾਂ ਨੇ ਕਿੱਦਾਂ ਆਪਣੀ ਫਸਲ ਨੂੰ ਵੇਚਣਾ ਹੈ, ਜਾਂ ਉਹਨਾਂ ਨੇ ਕਿੱਦਾਂ ਵੱਧ ਪਾ ਲੈਣਾ। ਪਰ ਜਿਹੜੇ ਛੋਟੇ ਕਿਸਾਨ ਨੇ ਉਹ ਸਭ ਤੋਂ ਵੱਡੀ ਮਾਰ ਖਾਣਗੇ ਜੇ ਇਹ ਚੀਜ਼ਾਂ ਆ ਗਈਆਂ। ਹੁਣ ਜਿਵੇਂ ਇਹ ਹੈ ਕਿ ਨਾ ਹੀ ਮੈਂ ਸਰਕਾਰ ਵਿਰੋਧੀ ਹਾਂ ਅਤੇ ਨਾ ਹੀ ਮੈਂ ਸਰਕਾਰ ਹਮਾਇਤੀ ਹਾਂ, ਬਿਕਾਜ਼ ਅੱਜ ਕੱਲ੍ਹ ਦੇ ਸਮੇਂ 'ਚ ਮੈਂ ਕਹਿਦਾ ਕਿ ਮੈਨੂੰ ਕੋਈ ਇੰਨੀ ਖਾਸ ਪੋਲੀਟਿਕਸ ਲੱਗਦੀ ਨਹੀਂ ਵੀ ਇਹਦੇ 'ਚ ਇੰਟਰਸਟ ਲਿੱਤਾ ਜਾਵੇ, ਵੀ ਕਿਤੇ ਕੋਈ ਪ੍ਰੋਡਕਟੀਵਿਟੀ ਨਹੀਂ ਹੈ, ਕਿਤੇ ਕੋਈ ਝੂਠ ਮਾਰ ਰਿਹਾ, ਕਿਤੇ ਕੁਛ ਹੋ ਰਿਹਾ। ਇਸ ਲਈ ਇੱਕ ਆਪਾਂ ਇੰਨਾ ਕਹਿ ਸਕਦੇ ਹਾਂ ਕਿ ਆਪਾਂ ਨੂੰ ਇੰਨਾ ਕੁ ਆਪਾਂ ਥੋੜ੍ਹਾ ਜਿਹਾ ਪੜ੍ਹ ਲਿਖ ਗਏ ਹਾਂ ਕਿ ਆਪਾਂ ਸਮਝ ਸਕੀਏ ਕਿ ਪੁਰਾਣੇ ਜ਼ਮਾਨੇ 'ਚ ਕੀ ਹੋਇਆ ਜਾਂ ਕਿਸੇ ਹੋਰ ਨਾਲ ਕੀ ਹੋ ਰਿਹਾ, ਅਤੇ ਆਪਾਂ ਉਹਨੂੰ ਅੱਜ ਦੇ ਸਮੇਂ ਨਾਲ ਰਿਲੇਟ ਕਰ ਸਕੀਏ। ਅਤੇ ਮੈਂ ਉਮੀਦ ਕਰਦੀ ਹਾਂ ਕਿ ਜੇ ਸਰਕਾਰਾਂ ਕਹਿ ਰਹੀਆਂ ਨੇ ਕਿ ਇਹਦੇ ਨਾਲ ਫਾਇਦਾ ਹੋਏਗਾ, ਤਾਂ ਅਸਲੀਅਤ 'ਚ ਵੀ ਫਾਇਦਾ ਹੋ ਜੇ, ਕਿਉਂਕਿ ਕਿਤੇ ਹੋਰ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਖਾਸ ਨਹੀਂ ਦੇਖਿਆ ਗਿਆ। ਅਤੇ ਇਹਦੇ ਨਾਲ ਹੀ ਮੈਂ ਤੁਹਾਡੇ ਤੋਂ ਅਲਵਿਦਾ ਲਊਂਗੀ। ਖੁਸ਼ ਰਹੋ, ਆਬਾਦ ਰਹੋ, ਸ਼ੁਕਰੀਆ।